ਇੱਕ ਆ ਸਾਹਿਬੁਲ ਅਸਰ ਵਜ਼ਮਾਨ ਹਾਫਿਜ਼ਾਨ ਮੁਰਸ਼ਦ ਅਬਦ ਹੈਦਰ। ਉਹ ਪੰਜਾਬੀ ਦੀ ਮਿਸਾਲ ਇਹ ਕਹਿੰਦੇ ਨੇ, ਮੁਰਦਾ ਬੋਲੇ ਤੇ ਕਫਨ ਹੀ ਪਾੜੇ। ਠੀਕ ਹੈ। ਚੰਦ ਜਹਾਲਤ ਜ਼ਦਾ ਜੋ ਉਲਮਾ ਨੇ ਜ਼ਾਕਰ ਨੇ ਨਾ, ਉਹ ਆਪਣੀ ਮਨ ਘੜਤ ਦਲੀਲਾਂ ਨਾਲ ਨੇਕ ਤੇ ਸਾਦਾ ਲੋ ਮੁਮਨੀਨ ਨੂੰ ਗਲਤ ਦਰਸ ਦੇ ਰਹੇ ਨੇ। ਠੀਕ ਹੈ, ਗਲਤ ਦਰਸ ਦੇ ਰਹੇ ਨੇ। ਅਗਰ ਇਹਨਾਂ ਪਾਗਲ ਕੁੱਤਿਆਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਨਾ, ਇਹਨਾਂ ਦੀ ਨਸਲਕਸ਼ੀ ਨਾ ਕੀਤੀ ਗਈ, ਇਹਨਾਂ ਨੂੰ ਖੱਸੀ ਨਾ ਕੀਤਾ ਗਿਆ, ਤੇ ਇਹਨਾਂ ਦੀ ਨਸਲ ਇੰਨੀ ਵੱਧ ਜਾਣੀ ਨਾ ਕਿ ਇਹ ਫਿਰ ਸੰਭਾਲੀ ਵੀ ਨਹੀਂ ਜਾਣੀ। ਇਹ ਨੇਕ ਮੋਮਨੀਨ ਜਿਹੜੇ ਨੇ ਸਾਦਾ, ਉਹਨਾਂ ਵਿਚਾਰਿਆਂ ਨੂੰ ਗੁੰਮਰਾਹ ਕਰ ਰਹੇ ਨੇ। ਜਾਹਿਲ ਕੀ ਬਕਵਾਸ ਕਰਦੇ ਨੇ ਕਿ ਇਮਾਮੇ ਜ਼ਮਾਨਾ ਨੂੰ ਨਾ ਪੁਕਾਰੋ, ਕੋਈ ਲੋੜ ਨਹੀਂ ਉਹਨਾਂ ਨੂੰ ਪੁਕਾਰਨ ਦੀ, ਉਹਨਾਂ ਦੀ ਦੁਆ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ। ਤੁਸੀਂ ਕਿ ਮੌਲਾ ਨੂੰ ਮਸ਼ਵਰਾ ਦਿੰਦੇ ਹੋ ਕਿ ਉਹਨਾਂ ਜ਼ਹੂਰ ਦੀ ਦੁਆ ਕਰਦੇ ਹੋ ਕਿ ਮੌਲਾ ਆ ਜਾਓ ਆ ਜਾਓ ਆ ਜਾਓ। ਜਦੋਂ ਮੌਲਾ ਦਾ ਦਿਲ ਕਰੇਗਾ ਆ ਜਾਣਗੇ। ਤੁਸੀਂ ਕੌਣ ਹੁੰਦੇ ਉਹਨਾਂ ਨੂੰ ਮਸ਼ਵਰਾ ਦੇਣ ਵਾਲੇ? ਉਹ ਜਦੋਂ ਚਾਹਣਗੇ ਆ ਜਾਣਗੇ। ਇੱਥੇ ਮੈਨੂੰ ਇੱਕ ਹੋਰ ਨਿਸ਼ਾਨੀ ਹੈ, ਜਦੋਂ ਮਾਲਕ ਫਰਮਾਉਂਦੇ ਨੇ ਕਿ ਕੁਝ ਲੋਕ ਐਸੇ ਹੋਣਗੇ ਕਿ ਉਹ ਮੌਲਾ ਦੇ ਜ਼ਹੂਰ ਦੇ ਕਾਇਲ ਹੀ ਨਹੀਂ ਹੋਣਗੇ। ਉਹ ਕਹਿੰਦੇ ਹੋਣਗੇ ਅੱਛਾ ਜਦੋਂ ਆਉਣਾ ਹੋਣਗੇ ਆ ਜਾਣਗੇ। ਜਦੋਂ ਅੱਜ ਵੀ ਲੋਕ ਕਹਿੰਦੇ ਨੇ ਜਦੋਂ ਆਉਣਾ ਹੋਣਗੇ ਆ ਜਾਣਗੇ, ਤੁਹਾਨੂੰ ਕੀ, ਤੁਸੀਂ ਆਪਣਾ ਕੰਮ ਕਰੋ। ਇਹ ਵੀ ਉਸੇ ਕੈਟਾਗਰੀ ਦੇ ਨੇ। ਠੀਕ ਹੈ। ਕਹਿੰਦੇ ਨੇ ਤੁਸੀਂ ਬਸ ਯਾ ਹੁਸੈਨ ਪੁਕਾਰੋ, ਯਾ ਹੁਸੈਨ ਪੁਕਾਰ। ਤੁਹਾਡੇ ਪੈਦਾ ਹੋਣ ਦਾ ਮਕਸਦ ਹੀ ਮੌਲਾ ਮਹਦੀ ਨਹੀਂ, ਬਲਕਿ ਯਾ ਹੁਸੈਨ ਨੂੰ ਪੁਕਾਰਨਾ, ਉਹਨਾਂ ਤੇ ਰੋਣਾ, ਉਹਨਾਂ ਦੀ ਅਜ਼ਾਦਾਰੀ ਕਰਨਾ, ਉਹਨਾਂ ਗਿਰਿਆ ਕਰਨਾ। ਤੁਹਾਡਾ ਮਕਸਦ ਹਯਾਤ ਹੀ ਇਹ ਆ, ਬਸ ਰੋਣਾ ਹੀ ਰੋਣਾ, ਬਸ ਰੋਣਾ ਹੀ ਰੋਣਾ। ਉਹਨਾਂ ਦਾ ਇਹ ਮੌਜੂ ਹੈ। ਇਹ ਸਿੱਧੀ ਤਰ੍ਹਾਂ ਕਿਉਂ ਨਹੀਂ ਬਕਵਾਸ ਕਰਦੇ ਕਿ ਸਾਨੂੰ ਮੌਲਾ ਇਮਾਮੇ ਜ਼ਮਾਨਾ ਤਲਬ ਹੀ ਕੋਈ ਨਹੀਂ, ਉਹਨਾਂ ਦੀ ਲੋੜ ਹੀ ਕੋਈ ਨਹੀਂ? ਇਹ ਸਿੱਧੀ ਤਰ੍ਹਾਂ ਕਿਉਂ ਨਹੀਂ ਕਹਿੰਦੇ? ਇਹ ਸਾਨੂੰ ਸਾਡੇ ਵਕਤ ਦੇ ਇਮਾਮ ਤੋਂ ਦੂਰ ਕਰਕੇ ਸਾਨੂੰ ਫਿਰ ਮੌਲਾ ਹੁਸੈਨ ਵੱਲ ਲੈ ਕੇ ਜਾ ਰਹੇ। क्या मौला वक़्त दा इमाम मौला हुसैन नहीं? क्या ਇਹ ਵਕਤ ਦਾ ਹੁਸੈਨ ਨਹੀਂ? ਓਏ ਬਾਕੀ ਮੈਂ ਇਸ ਦੇ ਉੱਤੇ ਮਜ਼ੀਦ ਅੱਗੇ ਗੱਲ ਕਰਦਾ ਵਾਂ। ਇਹ ਜਿਹੜੇ ਜਹਾਲਤ ਦੇ ਸਮੁੰਦਰ ਹੈ ਨਾ, ਇਹਨਾਂ ਨੂੰ ਜਵਾਬ ਹੈ ਸਰਕਾਰ ਅਬਦ ਹੈਦਰ ਦੀ ਤਰਫੋਂ। ਜਵਾਬ ਇਸਦਾ ਕਿ ਨਬੀ ਪਾਕ ਸੱਲੱਲਾਹੁ अलैहि वसल्लम ਦਾ ਫਰਮਾਨ ਹੈ ਕਿ ਦੁਆ ਨੂੰ ਛੱਡ ਦੇਣਾ ਗੁਨਾਹ ਹੈ, ਗੁਨਾਹ ਹੈ। ਫਰਮਾਇਆ ਜਿਹੜਾ ਬੰਦਾ, ਜਿਹੜਾ ਬਸ਼ਰ ਆਪਣੇ ਵਾਸਤੇ ਦੁਆ ਨਾ ਮੰਗੇ ਉਹ ਗੁਨਹਗਾਰ ਹੈ। ਤੇ ਜਿਹੜਾ ਆਪਣੇ ਮਾਲਕਾਂ ਦੇ ਉੱਤੇ, ਆਪਣੇ ਮੋਹਸਨਾਂ ਦੇ ਉੱਤੇ, ਜਿਹੜੇ ਆਪਣੇ ਸਰਦਾਰਾਂ ਦੇ ਉੱਤੇ ਜਿਹੜੇ ਜ਼ੁਲਮ ਹੋਏ ਨੇ, ਜਿਹੜੇ ਉਹਨਾਂ ਨਾਲ ਬੇਇੰਤਹਾ ਜੋ ਜ਼ੁਲਮ ਕੀਤੇ ਗਏ ਨੇ, ਤਸ਼ੱਦਦ ਕੀਤੇ ਗਏ ਨੇ, ਠੀਕ ਹੈ, ਉਹਨਾਂ ਨੂੰ ਕੈਦ ਵਿੱਚ ਰੱਖਿਆ ਗਿਆ, ਉਹਨਾਂ ਵਾਸਤੇ ਦੁਆ ਕਿਉਂ ਨਹੀਂ ਮੰਗਦਾ? ਉਹਨਾਂ ਦੀ ਖੁਸ਼ਹਾਲੀ ਵਾਸਤੇ ਦੁਆ ਕਿਉਂ ਨਹੀਂ ਮੰਗਦਾ? ਠੀਕ ਹੈ, ਉਹਨਾਂ ਦੇ ਇੰਤਕਾਮ ਵਾਸਤੇ ਦੁਆ ਕਿਉਂ ਨਹੀਂ ਮੰਗਦਾ? ਅਗਰ ਉਹ ਨਹੀਂ ਮੰਗਦਾ ਤੇ ਉਸ ਤੋਂ ਵੱਡਾ ਬਦਬਖਤ ਕੌਣ ਹੋਏਗਾ? फरमाने मासूम सल्लल्लाहु अलैहि वसल्लम दुआ मोमन वास्ते ढाल है, निगहबान है। कसरत ना कोई भी दरवाज़ा होगा, खड़काओगे आखिर दरवाज़ा खुल ही जाएगा, खुल ही जाएगा। तो वैसे इन्हां चवलों नूं जवाब है। वो मैनूं कई बंदे कहंदे यार चवल की हुंदा है? मैं कहना खच नूं कहंदे ने। वो कहंदे कि खच किहनूं कहंदे ने? फिर मैनूं खच दा कोई तर्जमा तो नहीं आया। मैं फिर दस्सिया, मैं कहा जिहड़ा बेहया, बेशरम ते बेगैरत होवे ना ते शौखा होवे, ਉਹਨੂੰ खच कहंदे ने, चवल कहंदे ने। मैं फिर ਉਹਨੂੰ ਦੱਸਿਆ ਸੀ, मैं ਤੈਨੂੰ नहीं कह रहा, जे तू भी समझ लेगा तो रौला कोई नहीं। ठीक है। नमाज भी तो दुआ है कि ये भी बंद कर दीए कि फिर अल्लाह ਨੂੰ मशवरा दे रहे हैं कि या अल्लाह मैनू सीधी राह ते ला। अल्लाह ਨੂੰ नहीं पता तेन सीधी राह ते लाना है, या अल्लाह मैनू सिरात मुस्तकीम दे। अल्लाह ਨੂੰ नहीं पता देना है कि नहीं देना। फिर ये मशवरा हो गया अल्लाह पाक ਨੂੰ, जाहिला। ठीक है। तो फिर दुआए ज़ोहरे इमामे ज़मान का भी इनकार कर दिए बकोल तेरे कि नहीं तो उन्होंने छड्डो, हुसैन हुसैन करो बस। ये किहड़े पासे ला रहे हैं? सीधी क्यों नहीं बकवास करता कि मैनू इमामे ज़माना का जिक्र आंदा ही नहीं, मैनू तलब ही नहीं होंदी, मैनू वक्त के इमाम के बारे पता ही नहीं, मैं जाहिल हाँ। फरमान भी है नबी पाक सल्लल्लाहु अलैहि वसल्लम का, जिहड़ा बंदा भी अपने ज़माने के इमाम नू पहचाने बगैर मर गया, उसकी मार्फत बगैर मरिया, जहालत मरिया, जहालत मरिया, जहालत मरिया। ये जाहिल है। अगों बेचारी आवाम भी वाह 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 कर रही, बेचारा वो तो भोली भाली, उन्होंने नहीं पता। जो इहो जे पागल कुत्ते जिहड़े नहीं ने, इन्हां दी नस्लकशी होएगी तो फिर इवें ही जहालत फैलाते जाणगे लोग। ठीक है। होए होए ਇਹ ਕਿਉਂ ਨਹੀਂ ਕਹਿੰਦੇ ਕਿ ਤੁਸੀਂ ਵੀ ਯੂਸਫ ਦੇ ਭਰਾਵਾਂ ਵਰਗੇ ਹੋ? ਜਿਹੜੇ ਕਹਿੰਦੇ ਉਹ ਤੇ ਕਹਿੰਦੇ ਸੀ ਨਾ ਯਾਕੂਬ अलैहिस्सलाम ਉਹ ਆਏਗਾ ਆਏਗਾ ਆਏਗਾ, ਤੇ ਭਾਈ ਕਹਿੰਦੇ ਸੀ ਨਹੀਂ ਮਰ ਗਿਆ ਇਹ, ਅਗਰ ਆਣਾ ਹੁੰਦਾ ਆ ਜਾਂਦਾ, ਤੁਸੀਂ ਛੱਡੋ ਬਸ, ਉਹ ਸਬਰ ਕਰੋ ਤੁਸੀਂ। ਅੱਜ ਇਹੋ ਜਿਹੜੀਆਂ ਗੱਲਾਂ ਨੇ ਨਾ, ਅੱਛਾ ਅਕਸਰ ਮੈਂ ਕਹਿੰਦਾ ਯਾਰ ਦੁਆ ਮੰਗਣ ਦੀ ਜ਼ਰੂਰਤ ਕਿਹੜੀ ਹੈ? ਜਦੋਂ ਉਹਨਾਂ ਆਉਣਾ ਹੋਏਗਾ ਆ ਜਾਣਗੇ, ਜਦੋਂ ਆਉਣਾ ਹੋਣਗਾ ਆ ਜਾਣਗੇ। ਅੱਛਾ, ਆਪਣੇ ਵਾਸਤੇ ਤਾਂ ਹਰ ਸ਼ੈ ਦੀ ਦੁਆ ਮੰਗਦਾ ਹੈ। ਆਪਣੇ ਵਾਸਤੇ ਤਾਂ ਤੂੰ ਬੱਤੀ ਨਾ ਹੋਵੇ ਤੇ ਉਹਦੇ ਵਾਸਤੇ ਵੀ ਦੁਆ ਮੰਗਦਾ ਹੈ ਕਿ ਅੱਲਾ ਬੱਤੀ ਆਈ ਹੋਵੇ, यारो फलाना काम हो जाए, ऐना हो जाए। अपने वास्ते तो हर कदम कदम ते दुआ मंगदा है। पर जिथे गल आवे इमामे ज़मान की गल आवे, जिथे आले रसूल सल्लल्लाहु अलैहि वसल्लम के हक की गल आवे, उत्थे तेरी भैन निकल जाती है। ठीक है। उत्थे तू दुआ नहीं कर सकता। तुसी ते यह तजारत बनाई हुई है, तुसी तजारत बनाई हुई है। तुहाडा होए होए तुहाडा रोज़ी रोटी का जरिया ही है, बल्कि रोज़ी रोटी का नहीं, तुहाडियां याशियां का जरिया जिक्र हुसैन सल्लल्लाहु अलैहि वसल्लम। मैं वेखदा उस बंदे नूं, एक आम सादा बंदा जाता ना मजलिस के उत्ते, तो वो तो रो के जाता बेचारा, रोंदा भी, मतलब अजादारी भी करता, पल्ले किराया भी ला के जाता, हो सकता वापसी तो किराया भी ना हो। मैं वेखदा उस बंदे नूं जिहड़ा घंटे की मजलिस सुने तो 2 लाख रुपया उसके अकाउंट च जाए तो वो अंदरों कितना खुश हुंदा।
ਤੂੰ ਸਾਨੂੰ ਜਾਹਿਲ ਬਣਾਉਣਾ? ਮੇਰੇ ਕੋਲ ਹੁਣ ਕੋਈ ਗਲਤ ਗੱਲ ਨਿਕਲਣ ਲੱਗੀ ਸੀ। ਜਦੋਂ ਤੁਹਾਡੇ ਅਕਾਊਂਟਾਂ 'ਚ ਇੰਨਾ ਪੈਸਾ ਵੜੇਗਾ, ਤੁਸੀਂ ਤਾਂ ਸਿਰਫ ਉਹੋ ਹੀ ਜ਼ਿਕਰ ਕਰਨਾ ਕਿ ਜਿਹਦੇ ਸਾਰੇ ਸੁਣਦੇ ਪਏ ਨੇ। ਠੀਕ ਹੈ, ਸ਼ੀਆਂ ਦੇ ਵਿੱਚ ਤਕਰੀਬਨ 18 ਫਿਰਕੇ ਨੇ, 17 ਫਿਰਕੇ ਇਮਾਮ ਜ਼ਮਾਨਾ ਦੇ ਕਾਇਲ ਹੀ ਨਹੀਂ ਹੈਗੇ। ਉਹ ਯਾ ਹੁਸੈਨ ਵੀ ਕਹਿੰਦੇ ਨੇ, ਰੋਂਦੇ ਵੀ ਨੇ, ਅਜ਼ਾਦਾਰੀ ਵੀ ਕਰਦੇ ਨੇ, ਮਾਤਮਦਾਰੀ ਵੀ ਕਰਦੇ, ਜ਼ਿਆਰਾਤ 'ਤੇ ਵੀ ਜਾਂਦੇ ਨੇ। ਉਹਨਾਂ ਦੇ ਰੋਣ ਤੇ ਮੌਲਾ ਕਿਉਂ ਨਹੀਂ ਆਏ? ਜੀ ਤੁਸੀਂ ਕਿਹਾ ਜੀ ਯਾ ਹੁਸੈਨ ਕਰੋ, ਮੌਲਾ ਆ ਜਾਣਗੇ ਆਪੇ ਹੀ। ਠੀਕ ਹੈ, ਉਹਨਾਂ ਦੇ ਰੋਣ ਤੇ ਕਿਉਂ ਨਹੀਂ ਆਏ? ਉਹਦੇ ਇਮਾਮ ਜ਼ਮਾਨਾ ਦੇ ਕਾਇਲ ਵੀ ਨਹੀਂ ਹੈਗੇ 17 ਫਿਰਕੇ। ਠੀਕ ਹੈ, ਤੁਸੀਂ ਪਤਾ ਕਿਉਂ? ਤੁਸੀਂ ਉਹ ਗੱਲ ਹੈ ਕਿ ਤੁਸੀਂ ਜਿਹੜੀ ਚੀਜ਼ ਜ਼ਿਆਦਾ ਚਿਰ ਚੱਲਦੀ ਨਾ, ਤੁਸੀਂ ਉਹਨੂੰ ਹੀ ਪ੍ਰਮੋਟ ਕਰਦੇ ਹੋ। ਤੁਹਾਨੂੰ ਪਤਾ ਹੈ ਜਿਹੜੇ 17 ਫਿਰਕੇ ਨੇ, ਕਰਬਲਾ ਸੁਣਨ ਵਾਲੇ ਨੇ, ਇਮਾਮ ਜ਼ਮਾਨਾ ਸੁਣਨ ਵਾਲੇ ਨਹੀਂ। ਤੁਸੀਂ ਤਾਂ ਭੈਣ ਪੇਸ਼ ਕੀਤੀ ਹੈ ਕਿ ਤੁਸੀਂ ਵਕਤ ਦੇ ਇਮਾਮ ਨੂੰ ਦੂਰ ਕਰਕੇ ਤੁਸੀਂ ਕਿਹਾ ਹੁਸੈਨ ਹੁਸੈਨ ਕਰੋ, ਕਿਉਂਕਿ ਤੁਹਾਡੀ ਰੋਜ਼ੀ ਰੋਟੀ 17 ਸ਼ੀਆਂ ਦੇ ਫਿਰਕਿਆਂ ਦੀ ਵਜ੍ਹਾ ਤੋਂ ਚੱਲਣ ਦੀ, ਬਾਕੀ ਤਾਂ ਤੁਹਾਨੂੰ ਕਾਫਰ ਕਹਿੰਦੇ ਨੇ। ਠੀਕ ਹੈ, ਤੇ ਤੁਸੀਂ ਤਾਂ ਕਾਫਰਾਂ ਤੋਂ ਵੀ ਬੱਤਰ ਹੋ ਜਾਂਦੇ ਹੋ। ਮੈਂ ਹੁਣ ਤੁਹਾਨੂੰ ਕੀ ਕਵਾਂ? ਇਹ ਜਿਹੜੇ ਫਰਮਾਨ ਨੇ ਇਹ ਕਿਆ ਗਲਤ ਨੇ? ਤੁਸੀਂ ਆਪਣੀ ਮਜਲਿਸਾਂ 'ਤੇ ਵੀ ਬੋਲ ਚੁੱਕੇ ਹੋ। ਜਦੋਂ ਸਈਦਾ ਸਲਾਮੁੱਲਾ ਅਲੈਹਾ 'ਤੇ ਦਰਵਾਜ਼ਾ ਗਿਰਾਇਆ ਗਿਆ ਸੀ, ਤੇ ਸਈਦਾ ਸਲਾਮੁੱਲਾ ਅਲੈਹਾ ਨੇ ਯਾ ਅਲੀ ਮਦਦ ਨਹੀਂ ਸੀ ਕਿਹਾ, ਯਾ ਹਸਨ ਹੁਸੈਨ ਨਹੀਂ ਸੀ ਫਰਮਾਇਆ, ਬਲਕਿ ਯਾ ਮਹਦੀ ਪੁਕਾਰਿਆ ਸੀ, ਯਾ ਮਹਦੀ ਪੁਕਾਰਿਆ ਸੀ। ਤੇ ਉਹ ਵੈਸੇ ਵੀ ਤੁਹਾਡੇ ਕੋਲ ਇਮਾਮੇ ਜ਼ਮਾਨਾ ਦੇ ਦੌਰ ਦੇ ਵਿੱਚ ਗੁਜ਼ਸ਼ਤਾ ਜਿਹੜੀਆਂ ਹੁਜਤਾਂ ਨੇ, ਉਹਨਾਂ ਦਾ ਤਾਂ ਸਵਾਲ ਹੀ ਨਹੀਂ ਹੋਣਾ। ਨਾ ਕਬਰ 'ਚ ਹੋਣਾ ਹੈ, ਨਾ ਹਸ਼ਰ 'ਚ ਹੋਣਾ, ਨਾ ਦੁਨੀਆ 'ਚ ਹੋਣਾ ਹੈ। ਤੁਸੀਂ ਵਕਤ ਦੇ ਇਮਾਮ ਦੀ ਅਗਰ ਮਾਰਫਤ ਨਾ ਹੋਈ ਤੇ ਫਿਰ ਤੁਸੀਂ ਜਾਹਿਲ ਹੋ। ਤੁਹਾਨੂੰ ਤਾਂ ਉਹਨਾਂ ਬਾਰੇ ਪੁੱਛਿਆ ਵੀ ਨਹੀਂ ਜਾਣਾ, ਤੁਹਾਨੂੰ ਤਾਂ ਪੁੱਛਿਆ ਹੀ ਤੁਹਾਡੇ ਵਕਤ ਦੇ ਇਮਾਮ ਦੇ ਬਾਰੇ ਜਾਣਾ ਹੈ। ਠੀਕ ਹੈ, ਕੀ ਕਰਦੇ ਹੋ ਤੁਸੀਂ? ਤੁਹਾਡੀ ਫਰਮਾਇਆ ਨਹੀਂ ਆਪਣੀ ਮਹਿਫਲਾਂ ਨੂੰ ਅਲੀ ਦੇ ਜ਼ਿਕਰ ਨਾਲ ਜ਼ੀਨਤ ਦਿਓ। ਉਹ ਅਲੀ ਕੌਣ? ਇਮਾਮੇ ਜ਼ਮਾਨਾ। ਜਿਹੜਾ ਵੀ ਤੁਸੀਂ ਲਕਬ ਮੌਲਾ ਅਲੀ ਬਾਦਸ਼ਾਹ ਨੂੰ ਦਿੱਤਾ ਨਾ, ਮੈਂ ਸਾਰੇ ਨਹੀਂ ਕਹਿ ਰਿਹਾ, ਬਹਰਹਾਲ ਜਿੱਥੋਂ ਤੱਕ ਫਿਰ ਕਹਿਣਾ, ਫਿਰ ਤੁਸੀਂ ਜਿਹੜੇ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਗਲਤ ਵੀ ਸ਼ਾਮਿਲ ਕਰਦੀਆਂ, ਮੈਨੂੰ ਪਤਾ ਤੁਹਾਡੇ ਅੰਦਰੋਂ ਕੀ ਗੱਲ ਜਾਗਣੀ ਹੈ। ਤੁਸੀਂ ਮੌਲਾ ਨੂੰ ਹੁਜਤ ਕਹਿੰਦੇ ਹੋ, ਇਮਾਮੇ ਜ਼ਮਾਨਾ ਵੀ ਹੈ। ਨੇਮਤ ਕਹਿੰਦੇ ਹੋ, ਇਮਾਮੇ ਜ਼ਮਾਨਾ। ਸਿਰਾਤੇ ਮੁਸਤਕੀਮ ਕੌਣ? ਇਮਾਮੇ ਜ਼ਮਾਨਾ। ਜੋ ਲਕਬ ਮੌਲਾ ਅਲੀ ਬਾਦਸ਼ਾਹ, ਐਨੁੱਲਾ, ਯਦੁੱਲਾ, ਲਿਸਾਨੁੱਲਾ ਤੁਸੀਂ ਕਿਹਾ ਹੈ, ਵਜਹੁੱਲਾ ਤੁਸੀਂ ਕਿਹਾ, ਉਹ ਇਮਾਮੇ ਜ਼ਮਾਨਾ ਹੈ। ਅਗਰ ਇਮਾਮੇ ਜ਼ਮਾਨਾ ਨੂੰ ਤੁਸੀਂ ਆਪਣੀ ਮਹਿਫਲ ਤੋਂ ਕੱਢਿਆ ਨਾ, ਤੇ ਸਮਝ ਤੁਸੀਂ 11 ਹੁਜਤਾਂ ਦਾ ਕੀ ਪਾਸ ਰੱਖਿਆ। ਇਮਾਮੇ ਜ਼ਮਾਨਾ ਨੂੰ ਅਗਰ ਰੋਕ ਕੇ ਤੁਸੀਂ ਯਾ ਹੁਸੈਨ, ਤੁਸੀਂ ਕਿਹਾ ਨਾ ਯਾ ਹੁਸੈਨ ਕਰੋ, ਸਿਰਫ ਜ਼ਿਕਰੇ ਇਮਾਮੇ ਜ਼ਮਾਨਾ ਹੀ ਰੋਕਿਆ। ਤੇ ਤੁਹਾਡੀ ਮਿਸਾਲ ਵੀ ਐਵੇਂ ਹੀ ਹੈ ਕਿ ਕੋਈ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਦੌਰ ਦੇ ਵਿੱਚ ਹੋਵੇ, ਤੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਿਕਰ ਨੂੰ, ਉਹਦੀ ਇਤਾਅਤ ਨੂੰ, ਉਹਦੇ ਮਿਸ਼ਨ ਨੂੰ ਰੋਕ ਕੇ 1.25 ਲੱਖ ਅੰਬੀਆ ਦੀ ਮੁਹੱਬਤ ਦਾ ਦਰਸ ਦਵੋ, ਉਹਨਾਂ ਦੀ ਤਬਲੀਗ ਕਰੋ, ਉਹਨਾਂ ਦੇ ਉੱਤੇ ਉਹਨਾਂ ਦੇ ਵਾਕਿਆਤ ਸੁਣਾਓ, ਰੋਵੋ ਪਿੱਟੋ, ਪੈਸੇ ਲਵੋ, ਤੇ ਤੁਸੀਂ ਲਾਨਤੀ ਕਰਾਰ ਪਾਓਗੇ। ਕਿਉਂ? ਕਿਉਂਕਿ ਤੁਸੀਂ ਵਕਤ ਦੇ ਮੁਹੰਮਦ ਨੂੰ ਛੱਡਿਆ, ਤੁਸੀਂ ਵਕਤ ਦੀ ਹੁਜਤ ਨੂੰ ਛੱਡਿਆ। ਅੱਜ ਤੱਕ ਜਿੱਥੇ ਵੀ ਕੋਈ ਲਾਨਤੀ ਹੋਇਆ, ਵਕਤ ਦੀ ਹੁਜਤ ਨੂੰ ਛੱਡ ਕੇ ਹੋਇਆ। ਅਗਰ ਕੋਈ ਮੂਸਾ ਅਲੈਹਿ ਸਲਾਮ ਦੇ ਦੌਰ 'ਚ ਆਇਆ ਤਾਂ ਉਸ ਤੋਂ ਪਿਛਲੇ ਨਬੀਆਂ ਨੂੰ ਸਾਰਿਆਂ ਨੂੰ ਮੰਨਦਾ ਸੀ। ਅਗਰ ਕੋਈ ਈਸਾ ਅਲੈਹਿ ਸਲਾਮ ਦੇ ਦੌਰ 'ਚ ਆਇਆ ਤਾਂ ਪਿਛਲੇ ਸਾਰਿਆਂ ਨੂੰ ਮੰਨਦਾ ਸੀ। ਅਗਰ ਕੋਈ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੌਰ ਦਾ ਸੀ, ਸਾਰੇ ਨਬੀਆਂ ਪਿਛਲਿਆਂ ਨੂੰ ਵੀ ਮੰਨਦਾ ਸੀ। ਠੀਕ ਹੈ, ਇੱਥੋਂ ਤੱਕ ਕਿ ਯਜ਼ੀਦੀ ਮੁਹੰਮਦ ਰਸੂਲੁੱਲਾਹ ਦੇ ਕਾਇਲ ਹੈ ਸਨ 1.25 ਲੱਖ ਅੰਬੀਆ ਦੇ ਬਤਾਹਰ ਕਾਇਲ ਹੈ ਸਨ, ਪਰ ਵਕਤ ਦੀ ਹੁਜਤ ਦੇ ਖਿਲਾਫ ਸਨ। ਤੁਹਾਡਾ ਕੀ ਬਣੇਗਾ? ਤੇ ਜਾਹਿਲੋ ਸੁਣੋ, ਸਾਰੀ ਤੁਹਾਡੀ ਪਾਰਟੀ ਵੀ ਸੁਣੇ। ਇਮਾਮੇ ਜ਼ਮਾਨਾ ਅਗਰ ਤੁਹਾਨੂੰ ਨਹੀਂ ਨਾ ਚੰਗਾ ਲੱਗਦਾ, ਤੁਹਾਨੂੰ ਅਗਰ ਇਮਾਮੇ ਜ਼ਮਾਨਾ ਚੰਗਾ ਨਹੀਂ ਲੱਗਦਾ, ਤੇ ਤੁਹਾਡੀਆਂ ਤਮਾਮ ਹੁਜਤਾਂ ਜਿਹੜੀਆਂ ਨਾ, ਤਮਾਮ ਹੁਜਤਾਂ ਤੁਹਾਡੇ ਤੇ ਲਾਨਤ ਕਰਨਗੀਆਂ। ਉਸ ਦੀ ਵਜ੍ਹਾ ਪਤਾ ਕੀ ਹੈ? ਤਮਾਮ ਹੁਜਤਾਂ ਦੀ ਕੁਰਬਾਨੀ ਦੀ ਵਜ੍ਹਾ ਹੀ ਜ਼ਹੂਰ ਇਮਾਮੇ ਜ਼ਮਾਨਾ ਸੱਲੱਲਾਹੁ ਅਲੈਹਿ ਵਸੱਲਮ ਸੀ। ਮੂਸਾ ਅਲੈਹਿ ਸਲਾਮ ਦੇ ਉੱਤੇ 40,000 ਬੱਚੇ ਤਕਰੀਬਨ ਕੁਰਬਾਨ ਹੋਏ, ਮਾਸੂਮ ਬੱਚੇ ਕੁਰਬਾਨ ਹੋਏ, ਤਾਂ ਕਿ ਮੂਸਾ ਅਲੈਹਿ ਸਲਾਮ ਜਿਹੜੀ ਛੋਟੀ ਹੁਜਤ ਸੀ ਉਹਦਾ ਜ਼ਹੂਰ ਜਲਦੀ ਹੋ ਸਕੇ। ਤੇ ਇਮਾਮੇ ਜ਼ਮਾਨਾ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਹੂਰ ਨੂੰ ਕਰੀਬ ਕਰਨ ਵਾਸਤੇ ਇਹ ਸਾਰੀ ਹੁਜਤਾਂ ਨੂੰ ਕੁਰਬਾਨੀ ਦੇਣੀ ਪਈ। ਤੁਹਾਡੀ ਲਾਨਤ ਹੋਏਗੀ ਤੁਹਾਡੇ ਤੇ ਇਹਨਾਂ ਸਾਰੇ ਮਾਸੂਮੀਨ ਦੀ, ਅਗਰ ਤੁਸੀਂ ਜ਼ਿਕਰੇ ਇਮਾਮੇ ਜ਼ਮਾਨਾ ਰੋਕਿਆ, ਉਹਨਾਂ ਦੇ ਜ਼ਹੂਰ ਦੀ ਦੁਆ ਰੋਕੀ। ਠੀਕ ਹੈ, ਉਹਨਾਂ ਦੇ ਮਿਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਾਂ ਉਹਨਾਂ ਦੇ ਮਿਸ਼ਨ ਨੂੰ ਜਿਹੜਾ ਚਲਾ ਰਿਹਾ ਹੈ ਉਹਦੇ ਖਿਲਾਫ ਕੋਈ ਪ੍ਰੋਪੇਗੈਂਡਾ ਕਰਨ ਦੀ ਕੋਸ਼ਿਸ਼ ਕੀਤੀ। ਲਾਨਤ ਅੱਲਾਹਿ ਅਲਾ ਕੌਮ ਜ਼ਾਲਿਮੀਨ, ਹੁਬ ਅਲੀ ਰਹਿਮਤੁल्लाह, बुग़्ज़ अली लानतुल्लाह बेशुमार।